ਹੈਲੋ ਸਟੂਡੈਂਟਸ, ਸੀ ਲੈਂਗੁਏਜ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਐਰੇ ਕੀ ਹੈ? ਐਰੇ ਇਜ਼ ਅ ਵੇਰੀਏਬਲ ਦੈਟ ਕੈਨ ਸਟੋਰ ਮਲਟੀਪਲ ਵੈਲਿਊਜ਼। ਐਰੇ ਇੱਕ ਉਸ ਤਰ੍ਹਾਂ ਦਾ ਵੇਰੀਏਬਲ ਆ ਜਿਹੜਾ ਕਿ ਮਲਟੀਪਲ ਮੀਨਸ ਇੱਕ ਤੋਂ ਵੱਧ ਵੈਲਿਊਜ਼ ਨੂੰ ਸਟੋਰ ਕਰਵਾ ਸਕਦਾ। ਫੋਰ ਐਗਜ਼ਾਮਪਲ, ਇਫ ਯੂ ਵਾਂਟ ਟੂ ਸਟੋਰ 100 ਇੰਟੀਜ਼ਰਸ, ਜੇ ਤੁਸੀਂ 100 ਇੰਟੀਜ਼ਰ ਸਟੋਰ ਕਰਵਾਉਣੇ ਆ, ਇੰਟੀਜ਼ਰ ਵੈਲਿਊ ਸਟੋਰ ਕਰਵਾਉਣੀਆਂ 100, ਤਾਂ ਅਸੀਂ ਕਿਹਨੂੰ ਯੂਜ਼ ਕਰਾਂਗੇ? ਐਰੇ ਨੂੰ। ਤਾਂ ਐਰੇ ਹੋਰ ਕੁਛ ਨਹੀਂ, ਇੱਦਾਂ ਵੈਲਿਊ ਸਟੋਰ ਕਰੂਗਾ ਤੁਹਾਡੀਆਂ ਸਾਰੀਆਂ ਵੈਲਿਊਜ਼ 1 ਬਾਏ 1 ਜਿਹੜੀ ਹੈ ਤੁਸੀਂ ਆਪਣੀਆਂ ਵੈਲਿਊ ਸਟੋਰ ਕਰਵਾ ਸਕਦੇ ਹੋ। ਹਰ ਜਿਹੜੀ ਤੁਹਾਡੀ ਵੈਲਿਊ ਆ ਉਹਨੂੰ ਇੱਕ ਇੰਡੈਕਸ ਦਿੱਤਾ ਜਾਂਦਾ ਜਿਹਨੂੰ ਕਿ ਅਸੀਂ ਐਰੇ ਇੰਡੈਕਸ ਬੋਲਦੇ ਹਾਂ। ਐਰੇ ਇੰਡੈਕਸ ਤੁਹਾਡਾ 0 ਤੋਂ ਸ਼ੁਰੂ ਹੋਊਗਾ ਅਤੇ ਲਾਸਟ ਜਿਹੜਾ ਹੈਗਾ, ਜੇ ਸਪੋਜ਼ ਕਰੋ ਤੁਹਾਡੇ 5 ਵੈਲਿਊਜ਼ ਆ, 5 ਟੋਟਲ ਆਪਣਾ 5 ਵੈਲਿਊਜ਼, ਇੱਥੇ ਕੋਈ ਵੀ ਮੰਨ ਲਓ ਆਪਾਂ 5 ਨੰਬਰ ਸਟੋਰ ਕਰਵਾਏ ਹੋਏ ਆ, ਤਾਂ ਐਰੇ ਦਾ ਇੰਡੈਕਸ ਮਤਲਬ ਪਹਿਲੀ ਵੈਲਿਊ ਹਮੇਸ਼ਾ 0 ਤੋਂ ਸ਼ੁਰੂ ਹੁੰਦੀ ਹੈ, ਕਿਉਂਕਿ ਨਾਮ ਤਾਂ ਦੇਖੋ ਐਰੇ ਦਾ ਇੱਕ ਹੀ ਹੋਊਗਾ। ਅਸੀਂ ਕਿ ਇਹ ਸਾਡਾ ਐਰੇ ਆ, ਤਾਂ ਏ ਦੀ ਪਹਿਲੀ ਵੈਲਿਊ ਹੋਊਗੀ 0 'ਤੇ, ਫਿਰ 1 'ਤੇ, 2 'ਤੇ, 3 'ਤੇ, 4 'ਤੇ, ਯਾਨੀ ਕਿ ਐਰੇ ਦਾ ਇੰਡੈਕਸ ਹਮੇਸ਼ਾ 0 ਤੋਂ ਸ਼ੁਰੂ ਹੋ ਕੇ ਲਾਸਟ ਇੰਡੈਕਸ ਹੋਊਗਾ ਜਿੰਨੀਆਂ ਟੋਟਲ ਵੈਲਿਊਜ਼ ਆ, ਜਿਵੇਂ 5 ਉਦੋਂ ਇੱਕ ਘੱਟ ਯਾਨੀ ਕਿ 4। ਤਾਂ ਇਹ ਹੈ ਸਾਡਾ ਐਰੇ। ਤਾਂ ਐਰੇ ਨੂੰ ਯੂਜ਼ ਕੀਤਾ ਜਾਂਦਾ ਗਾ ਤੁਹਾਡੇ ਕਾਫੀ ਸਾਰੀਆਂ ਵੈਲਿਊਜ਼ ਨੂੰ ਸਟੋਰ ਕਰਵਾਉਣ ਦੇ ਲਈ। ਜੇ ਹੁਣ ਐਰੇ ਦੀ ਅਸੀਂ ਪ੍ਰੋਪਰ ਡੈਫੀਨੇਸ਼ਨ ਦੇਖੀਏ ਤਾਂ ਅਸੀਂ ਕਹਾਂਗੇ ਐਰੇ ਇਜ਼ ਅ ਕਲੈਕਸ਼ਨ ਆਫ ਹੋਮੋਜੀਨੀਅਸ ਆਈਟਮਸ, ਮੀਨਸ ਸੇਮ ਡਾਟਾ ਟਾਈਪ ਦੀਆਂ ਆਈਟਮਸ। ਜੇ ਇੰਟੀਜ਼ਰ ਆ ਤਾਂ ਸਾਰੀਆਂ ਵੈਲਿਊਜ਼ ਹੀ ਇੰਟੀਜ਼ਰ ਹੋਣਗੀਆਂ, ਜੇ ਫਲੋਟ ਆ ਤਾਂ ਸਾਰੀਆਂ ਵੈਲਿਊਜ਼ ਹੀ ਫਲੋਟ ਹੋਣਗੀਆਂ। ਸਟੋਰਡ ਐਟ ਕੰਟੀਨਿਊਸ ਮੈਮਰੀ ਲੋਕੇਸ਼ਨਸ, ਮੀਨਸ ਉਹ ਕੰਟੀਨਿਊ ਮੈਮਰੀ 'ਚ ਸਟੋਰ ਹੋਣਗੇ। ਕੰਟੀਨਿਊ ਤਾਂ ਸਾਡਾ ਮਤਲਬ ਹੈ ਜੇ ਸਾਡੀਆਂ 10 ਵੈਲਿਊਜ਼ ਆ ਤਾਂ 10 ਵੈਲਿਊਜ਼ ਨਾਲ ਸਟੋਰ ਹੋਣਗੀਆਂ। ਇਹ ਨਹੀਂ ਹੋਊਗਾ ਕਿ 5 ਵੈਲਿਊਜ਼ ਕਿਤੇ ਹੋਰ ਸਟੋਰ ਆ ਅਤੇ 5 ਵੈਲਿਊਜ਼ ਕਿਤੇ ਹੋਰ ਸਟੋਰ ਆ, ਇੱਦਾਂ ਕੰਮ ਨਹੀਂ ਹੁੰਦਾ। ਤਾਂ ਐਰੇ ਹੋਮੋਜੀਨਸ ਆਈਟਮਸ ਦੀ ਕਲੈਕਸ਼ਨ ਆ ਜਿਹੜੀ ਕਿ ਕੰਟੀਨਿਊ ਸਟੋਰ ਹੁੰਦੀ ਹੈ ਅਤੇ ਜਿਹਨੂੰ ਅਸੀਂ ਐਕਸੈਸ ਕਰ ਸਕਦੇ ਹਾਂ ਰੈਂਡਮਲੀ ਯੂਜ਼ਿੰਗ ਇੰਡੈਕਸ ਆਫ ਐਨ ਐਰੇ। ਰੈਂਡਮਲੀ ਮਤਲਬ ਕਿ ਤੁਸੀਂ ਜ਼ਰੂਰੀ ਨਹੀਂ ਜਦੋਂ ਵੈਲਿਊਜ਼ ਨੂੰ ਤੁਸੀਂ ਐਕਸੈਸ ਕਰਨਾ ਸ਼ੁਰੂ ਕਰੋ, ਚੱਕਣਾ ਸ਼ੁਰੂ ਕਰੋ ਜਾਂ ਰੀਡ ਕਰਨਾ ਸ਼ੁਰੂ ਕਰੋ ਕਿ ਤੁਸੀਂ ਉਹਨਾਂ ਨੂੰ 1 ਬਾਏ 1 ਹੀ ਕਰਨਾ। ਤੁਸੀਂ ਰੈਂਡਮਲੀ ਕਿਸੇ ਵੀ ਨੰਬਰ ਨੂੰ ਚੱਕ ਸਕਦੇ ਹੋ ਉਹਦੇ ਇੰਡੈਕਸ ਨੂੰ ਯੂਜ਼ ਕਰਕੇ। ਜਿਵੇਂ ਅਸੀਂ ਕਹੀਏ ਕਿ ਏ ਦੀ 5 ਨੰਬਰ ਵਾਲੀ ਵੈਲਿਊ ਦੇਖਣੀ ਹੈ ਤਾਂ ਉਹਨੇ 5 ਇੰਡੈਕਸ ਵਾਲੀ ਵੈਲਿਊ ਦਿਖਾਤੀ 68। ਜੇ ਸਪੋਜ਼ ਕਰੋ ਅਸੀਂ 63 ਦੇਖਣਾ ਤਾਂ ਅਸੀਂ ਕੀ ਕਹਾਂਗੇ? ਇਹ ਸਪੋਜ਼ ਤੁਹਾਡੇ ਐਰੇ ਦਾ ਨਾਮ ਹੈ, ਕਿਹੜੀ ਵੈਲਿਊ? 2 ਨੰਬਰ ਵਾਲੀ ਵੈਲਿਊ। ਤਾਂ ਇਸ ਕਰਕੇ ਐਰੇ ਮੀਨਸ ਤੁਹਾਡੀ ਹੋਮੋਜੀਨੀਅਸ ਕਲੈਕਸ਼ਨਸ ਜਿਹੜੀ ਕਿ ਕੰਟੀਨਿਊ ਮੈਮਰੀ ਲੋਕੇਸ਼ਨਸ 'ਤੇ ਸਟੋਰ ਆ, ਜਿਹਨੂੰ ਅਸੀਂ ਰੈਂਡਮਲੀ ਐਕਸੈਸ ਕਰ ਸਕਦੇ ਹਾਂ ਯੂਜ਼ਿੰਗ ਇੰਡੈਕਸ ਆਫ ਐਨ ਐਰੇ। They are used to store similar type of elements as in the data type must be the same for all elements। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਜੇ ਇੰਟੀਜ਼ਰ ਆ ਤਾਂ ਸਾਰੀਆਂ ਵੈਲਿਊਜ਼ ਇੰਟੀਜ਼ਰ ਹੀ ਹੋਣਗੀਆਂ। They can be used to store collection of primitive data types such as int, float, double, char, etc। ਮੀਨਸ ਕਿ ਇਹ ਜਿਹੜੀਆਂ ਸਾਡੀਆਂ ਪ੍ਰਿਮਿਟਿਵ ਡਾਟਾ ਟਾਈਪ ਹੁੰਦੀਆਂ ਜਿਵੇਂ ਇੰਟ, ਫਲੋਟ, ਕੈਰ, ਡਬਲ, ਇਹਨਾਂ ਵੈਲਿਊਜ਼ ਨੂੰ ਹੀ ਸਟੋਰ ਕਰਵਾ ਸਕਦਾ ਹੈ। ਅਤੇ ਨੀਚੇ ਤੁਹਾਡੀ ਐਗਜ਼ਾਮਪਲ ਦਿਖਾਈ ਹੋਈ ਹੈ ਇੱਕ ਐਰੇ ਦੀ ਕਿ ਉਹਨੇ ਕਾਫੀ ਸਾਰੀਆਂ ਵੈਲਿਊਜ਼ ਹੋ ਸਕਦੀਆਂ ਨੇ ਐਰੇ ਦੇ ਵਿੱਚ। ਹਰ ਇੱਕ ਨੂੰ ਕੋਈ ਨਾ ਕੋਈ ਇੰਡੈਕਸ ਨੰਬਰ ਮਿਲਿਆ ਹੋ, ਜਿੰਨੀਆਂ ਤੁਹਾਡੀਆਂ ਟੋਟਲ ਵੈਲਿਊਜ਼ ਨੇ ਸਪੋਜ਼ ਕਰੋ 9, ਪਹਿਲਾ ਇੰਡੈਕਸ 0, ਲਾਸਟ ਇੰਡੈਕਸ 8। ਨੈਕਸਟ ਵਾਈ ਐਰੇ। ਐਰੇ ਨੂੰ ਅਸੀਂ ਯੂਜ਼ ਹੀ ਕਿਉਂ ਕਰ ਰਹੇ ਹਾਂ? ਵੇਰੀਏਬਲ ਤਾਂ ਅਸੀਂ ਵੈਸੇ ਵੀ ਲੈ ਹੀ ਲੈਂਦੇ ਸੀ, ਇੰਟੀਜ਼ਰ, ਫਲੋਟ, ਡਬਲ। ਤਾਂ ਐਰੇ ਨੂੰ ਇੱਥੇ ਲੈਣ ਦਾ ਕੀ ਮੀਨਿੰਗ ਹੈ? ਵੀ ਕੈਨ ਯੂਜ਼ ਨੋਰਮਲ ਵੇਰੀਏਬਲਸ v1, v2, v3 when we have a small number of objects, but if you want to store a large number of instances it becomes difficult to manage them with normal variables. Instead of declaring individual variables such as number 0, number 1, dash 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 up to number 99, you declare one array variable such as numbers and use number 0, 1 up to 99 to represent individual variables. A specific element of an array is accessed by an index। ਮੀਨਸ ਕੀ ਹੈ ਕਿ ਸਪੋਜ਼ ਜੇ ਆਪਾਂ ਐਰੇ ਯੂਜ਼ ਨਹੀਂ ਕਰਦੇ, ਤੁਸੀਂ 50 ਵੇਰੀਏਬਲ ਲੈਣੇ ਆ ਤਾਂ ਕੀ ਤੁਸੀਂ ਐਵੇਂ ਕਰਕੇ 50 ਲੈਣੇ ਸ਼ੁਰੂ ਕਰੋਗੇ? ਇੰਟ A, B, C, D। ਤਾਂ ਇੰਨੇ ਜਿਹੜੇ ਹੈ ਨਾਮ ਰੱਖਣੇ ਹੀ ਬਹੁਤ ਔਖੇ ਆ। ਤੁਸੀਂ ਕਿੰਨੇ ਕੁ ਨਾਮ ਦੇ ਵੇਰੀਏਬਲ ਲਓਗੇ? ਤਾਂ ਇਹਦੇ ਨਾਲੋਂ ਜ਼ਿਆਦਾ ਬੈਟਰ ਹੈ ਕਿ ਜੇ ਤੁਸੀਂ 50 ਦੀਆਂ 50 ਵੈਲਿਊਜ਼ ਹੀ ਇੰਟੀਜ਼ਰ ਸਟੋਰ ਕਰਵਾਉਣੀਆਂ ਤਾਂ ਤੁਸੀਂ 50 ਅਲੱਗ-ਅਲੱਗ ਵੇਰੀਏਬਲ ਲੈਣ ਦੀ ਜਗ੍ਹਾ ਤੁਸੀਂ ਇੱਕ ਐਰੇ ਬਣਾਓ।
ਤਾਂ ਅਲੱਗ-ਅਲੱਗ ਵੇਰੀਏਬਲਸ ਨਹੀਂ ਨਾ ਬਣਾ ਕੇ ਅਸੀਂ ਇੱਕ ਐਰੇ ਬਣਾਉਣੇ ਆ, ਤੇ ਇਹ ਸਭ ਤੋਂ ਵੱਡਾ ਐਡਵਾਂਟੇਜ ਹੈ ਐਰੇ ਦਾ। ਕਿਸੇ ਨੂੰ ਉਨੇ ਵੇਰੀਏਬਲ ਡਿਕਲੇਅਰ ਨਹੀਂ ਕਰਨੇ ਪੈਂਦੇ, ਤੁਸੀਂ ਸਿਰਫ ਇੱਕ ਐਰੇ ਡਿਕਲੇਅਰ ਕਰੋਗੇ ਤਾਂ ਆਪਣੇ ਆਪ ਉਹਨੂੰ ਵੈਲਿਊ ਸਟੋਰ ਕਰਵਾ ਲਓ। ਅਸੀਂ ਸਿਰਫ ਸਾਈਜ਼ ਦੱਸਾਂਗੇ। ਜਿਵੇਂ ਸਪੋਜ਼ ਕਰੋ ਮੈਂ 50 ਕਿਹਾ ਕਿ 50 ਵੇਰੀਏਬਲ ਲੈਣੇ ਆ ਮੈਂ, ਤਾਂ 50 ABCD ਕਰਕੇ ਲੈਣ ਦੀ ਜਗ੍ਹਾ ਆਪਾਂ ਕੀ ਕਰਾਂਗੇ, ਇੱਕ ਐਰੇ ਬਣਾ ਲਾਂਗੇ A, ਤੇ ਉਹਦਾ ਸਾਈਜ਼ ਦੇ ਦਿਆਂਗੇ 50। ਆਲ ਐਰੇ ਕੰਸਿਸਟ ਆਫ ਕੰਟੀਨਿਊਸ ਮੈਮਰੀ ਲੋਕੇਸ਼ਨਸ। ਪਹਿਲਾਂ ਵੀ ਆਪਾਂ ਪੜ੍ਹਿਆ ਕਿ ਕੰਟੀਨਿਊ ਮੈਮਰੀ ਸਟੋਰ ਹੁੰਦੀ ਹੈ, ਮਤਲਬ ਨਾਲ ਨਾਲ ਹੀ ਸਟੋਰ ਹੁੰਦੀਆਂ ਨੇ ਸਾਰੀਆਂ ਵੈਲਿਊਜ਼। ਜਿਹੜਾ ਸਭ ਤੋਂ ਲੋਐਸਟ ਐਡਰੈਸ ਹੁੰਦਾ ਗਾ ਉਹ ਪਹਿਲੇ ਐਲੀਮੈਂਟ ਦਾ ਹੁੰਦਾ, ਤੇ ਸਭ ਤੋਂ ਹਾਈਐਸਟ ਐਡਰੈਸ ਤੁਹਾਡੇ ਲਾਸਟ ਐਲੀਮੈਂਟ ਦਾ ਹੋਊਗਾ। ਨੈਕਸਟ ਪੁੱਤਰ, ਹਾਊ ਟੂ ਡਿਕਲੇਅਰ ਐਰੇਜ਼। ਐਰੇਜ਼ ਨੂੰ ਤੁਸੀਂ ਡਿਕਲੇਅਰ ਕਿਵੇਂ ਕਰਨਾ? ਤਾਂ ਦੇਖੋ, ਡਿਕਲੇਰੇਸ਼ਨ ਤੋਂ ਇੱਥੇ ਸਾਡਾ ਮੀਨਿੰਗ ਹੁੰਦਾ ਜਦੋਂ ਅਸੀਂ ਦੱਸਦੇ ਹਾਂ ਕਿ ਉਹਦੀ ਡਾਟਾ ਟਾਈਪ ਕਿਹੜੀ ਹੈ, ਉਹਦਾ ਨਾਮ ਕੀ ਹੈ। ਤਾਂ ਇੱਥੇ ਐਰੇ ਦੀ ਡਿਕਲੇਰੇਸ਼ਨ ਵੀ ਬਾਕੀ ਨੋਰਮਲ ਵੇਰੀਏਬਲਸ ਵਾਂਗੂ ਹੀ ਹੈ। ਜਿਵੇਂ ਅਸੀਂ ਇੱਕ ਵੇਰੀਏਬਲ ਲੈਂਦੇ ਹੁੰਦੇ ਸੀ ਇੰਟ A, ਅਸੀਂ ਇਹਨੂੰ ਕਹਿੰਦੇ ਕਿ ਅਸੀਂ ਇੱਕ ਵੇਰੀਏਬਲ ਡਿਕਲੇਅਰ ਕੀਤਾ, ਜਿੱਥੋਂ ਇਹ ਪਤਾ ਲੱਗਿਆ ਕਿ A ਨਾਮ ਦਾ ਇੱਕ ਵੇਰੀਏਬਲ ਹੈ ਜਿਹਦੀ ਕਿ ਇੰਟੀਜ਼ਰ ਡਾਟਾ ਟਾਈਪ ਹੈ। ਐਵੇਂ ਅਸੀਂ ਐਰੇਜ਼ ਨੂੰ ਡਿਕਲੇਅਰ ਕਰਨਾ, ਤਾਂ ਐਰੇ ਨੂੰ ਡਿਕਲੇਅਰ ਕਰਨ ਲੱਗੇ ਤੁਸੀਂ ਸਭ ਤੋਂ ਪਹਿਲਾਂ ਦੋਗੇ ਉਹਦੀ ਡਾਟਾ ਟਾਈਪ, ਦੈਨ ਐਰੇ ਦਾ ਨਾਮ, ਕੋਈ ਵੀ ਤੁਸੀਂ ਵੈਲਿਡ ਐਰੇ ਨੇਮ ਦੇ ਸਕਦੇ ਹੋ, ਅਤੇ ਸਕੁਅਰ ਬ੍ਰੈਕਟ ਦੇ ਵਿੱਚ ਤੁਹਾਡੇ ਐਰੇ ਦਾ ਸਾਈਜ਼। ਸਾਈਜ਼ ਮੀਨਸ ਕਿ ਤੁਸੀਂ ਕਿੰਨੀਆਂ ਵੈਲਿਊਜ਼ ਲੈਣਾ ਚਾਹੁੰਦੇ ਹੋ। ਜਦੋਂ ਅਸੀਂ ਇੱਕ ਸਾਈਜ਼ ਦੇ ਰਹੇ ਹੁੰਦੇ ਹਾਂ ਤਾਂ ਅਸੀਂ ਉਹਨੂੰ ਸਿੰਗਲ ਡਿਮੈਂਸ਼ਨਲ ਐਰੇ ਬੋਲਦੇ ਹਾਂ। ਐਰੇ ਸਾਈਜ਼ ਜਿਹੜਾ ਹੈ ਇੱਕ ਇੰਟੀਜ਼ਰ ਕੌਨਸਟੈਂਟ ਹੀ ਹੋਊਗਾ ਗ੍ਰੇਟਰ ਦੈਨ 0, ਯਾਨੀ ਕਿ ਜੇ ਤੁਸੀਂ ਆ ਐਰੇ ਦਾ ਸਾਈਜ਼ ਦੋਗੇ, ਤੁਸੀਂ ਇਹਨੂੰ ਇੱਕ ਇੰਟੀਜ਼ਰ ਦਿਓ, ਯਾਨੀ ਕਿ ਤੁਸੀਂ ਇਹ ਕਹੋਗੇ 5 ਸਾਈਜ਼ ਹੈ, 8 ਹੈ, 10 ਹੈ, ਕਿੰਨਾ। ਤੁਸੀਂ ਇਹ ਨਹੀਂ ਕਹੋਗੇ ਕਿ 5.5, ਮੀਨਸ ਪੁਆਇੰਟਾਂ ਦੇ ਵਿੱਚ ਵੈਲਿਊ ਨਹੀਂ, ਤੁਸੀਂ ਇੱਕ ਪੂਰਾ ਨੰਬਰ ਦਿਓ ਕਿ ਕਿੰਨਾ ਤੁਹਾਡੇ ਐਰੇ ਦਾ ਸਾਈਜ਼ ਹੈ। ਟਾਈਪ ਉਹਦੀ ਕੋਈ ਵੀ ਡਾਟਾ ਟਾਈਪ ਹੋ ਸਕਦੀ ਹੈ। ਸਪੋਜ਼ ਹੁਣ ਤੁਸੀਂ ਇੱਕ ਐਰੇ ਡਿਕਲੇਅਰ ਕਰਨਾ ਜਿਸ 'ਚ ਕਿ 10 ਐਲੀਮੈਂਟਸ ਨੇ। 10 ਐਲੀਮੈਂਟਸ ਮੀਨਸ ਉਹ 10 ਆਈਟਮ ਸਟੋਰ ਕਰਵਾ ਸਕਦਾ, ਅਤੇ ਤੁਸੀਂ ਡਾਟਾ ਟਾਈਪ ਉਹਦੀ ਦੇਣੀ ਹੈ ਡਬਲ। ਤਾਂ ਤੁਸੀਂ ਕੀ ਲਿਖੋਗੇ, ਡਬਲ, ਉਹਦਾ ਕੋਈ ਵੀ ਇੱਕ ਨਾਮ ਰੱਖ ਲਓ। ਸਪੋਜ਼ ਅਸੀਂ ਰੱਖਿਆ ਬੈਲੈਂਸ, ਸਕੁਅਰ ਬ੍ਰੈਕਟ ਦੇ ਵਿੱਚ 10, ਦੈਟ ਮੀਨਸ ਤੁਸੀਂ ਇੱਕ ਐਰੇ ਬਣਾ ਲਿਆ ਜਿਹੜਾ ਕਿ 10 ਵੈਲਿਊਜ਼ ਨੂੰ ਸਟੋਰ ਕਰੂਗਾ। ਨੈਕਸਟ, ਇਨੀਸ਼ੀਅਲਾਈਜ਼ਿੰਗ ਐਰੇ। ਐਰੇਜ਼ ਨੂੰ ਇਨੀਸ਼ੀਅਲਾਈਜ਼ ਕਿਵੇਂ ਕਰਨਾ? ਇਨੀਸ਼ੀਅਲਾਈਜ਼ ਤੋਂ ਸਾਡਾ ਮੀਨਿੰਗ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਵੈਲਿਊ ਦਿੰਦੇ ਹੋ, ਜਿਵੇਂ ਆਪਾਂ ਨੋਰਮਲ ਵੇਰੀਏਬਲ ਦੇ ਕੇਸ ਦੇ ਵਿੱਚ ਕਰਦੇ ਸੀ, ਇੰਟ A, ਅਸੀਂ ਉਹਨੂੰ ਡਿਕਲੇਅਰ ਕੀਤਾ ਅਤੇ ਬਾਅਦ 'ਚ ਅਸੀਂ ਉਹਨੂੰ ਵੈਲਿਊ ਦੇ ਦਿੰਦੇ ਸੀ A = 5, 10, ਜੋ ਵੀ ਵੈਲਿਊ ਦੇਣੀ ਹੈ। ਤਾਂ ਜਦੋਂ ਅਸੀਂ ਡਾਟਾ ਟਾਈਪ 'ਤੇ ਨਾਮ ਦੱਸਿਆ, ਉਹ ਸੀ ਉਹਦੀ ਡੈਕਲੇਰੇਸ਼ਨ। ਜਦੋਂ ਅਸੀਂ ਉਹਨੂੰ ਵੈਲਿਊ ਦਿੱਤੀ ਫਸਟ ਟਾਈਮ, ਉਹਨੂੰ ਅਸੀਂ ਕਿਹਾ ਸੀ ਇਨੀਸ਼ੀਅਲਾਈਜੇਸ਼ਨ। ਇਸੇ ਤਰੀਕੇ ਨਾਲ ਹੁਣ ਅਸੀਂ ਕਰਾਂਗੇ ਹਾਊ ਟੂ ਇਨੀਸ਼ੀਅਲਾਈਜ਼ ਐਰੇਜ਼। ਐਰੇਜ਼ ਨੂੰ ਕਿਵੇਂ ਇਨੀਸ਼ੀਅਲਾਈਜ਼ ਕਰਨਾ? ਤਾਂ ਉਹਦੇ ਲਈ ਤੁਹਾਡੇ ਕੋਲ ਅਲੱਗ-ਅਲੱਗ ਮੈਥਡਸ ਨੇ। 3 ਬੈਸਟ ਮੈਥਡਸ ਤੁਹਾਨੂੰ ਮੈਂ ਸ਼ੋਅ ਕੀਤੇ ਆ ਐਰੇ ਨੂੰ ਡਿਕਲੇਅਰ ਕਰਨ ਦੇ, ਇਨੀਸ਼ੀਅਲਾਈਜ਼ ਕਰਨ ਦੇ। ਸਭ ਤੋਂ ਪਹਿਲਾਂ ਗਾ ਕਿ ਜਿੱਥੇ ਤੁਸੀਂ ਐਰੇ ਨੂੰ ਡਿਕਲੇਅਰ ਕਰ ਰਹੇ ਹੋ ਉਹਦੇ ਨਾਲ ਹੀ ਇਨੀਸ਼ੀਅਲਾਈਜ਼ ਕਰਵਾ ਦਿਓ। ਨਾਲ ਹੀ ਇਨੀਸ਼ੀਅਲਾਈਜ਼ ਮਤਲਬ ਤੁਸੀਂ ਜਿੱਥੇ ਲਿਖਿਆ ਇੰਟ A, ਸਪੋਜ਼ ਕਰੋ 3, ਯਾਨੀ ਕਿ ਸਾਡਾ ਇੱਕ ਐਰੇ ਹੈ, 3 ਵੈਲਿਊਜ਼ ਉਹ ਸਟੋਰ ਕਰਵਾਊਗਾ, ਇਹ ਉਹਦਾ ਨਾਮ ਹੈ। ਉੱਥੇ ਹੀ ਤੁਸੀਂ ਇਕੁਅਲਸ ਟੂ ਪਾ ਕੇ ਕਰਲੀ ਬ੍ਰੇਸਿਸ ਦੇ ਵਿੱਚ ਕੋਮਾ ਪਾ ਕੇ ਕੋਈ 3 ਵੈਲਿਊ ਸਟੋਰ ਕਰਵਾ ਸਕਦੇ ਹੋ। ਤਾਂ ਹੋਊਗਾ ਕਿ ਉਹ 3 ਵੈਲਿਊਜ਼ ਦੇ ਲਈ ਇੱਕ ਐਰੇ ਬਣਾ ਲੂਗਾ। ਪਹਿਲੀ ਵੈਲਿਊ, ਦੈਨ ਸੈਕਿੰਡ, ਦੈਨ ਥਰਡ, ਇਸ ਤਰੀਕੇ ਨਾਲ ਤੁਹਾਡੀ ਵੈਲਿਊ ਸਟੋਰ ਹੋ ਜਾਣਗੀਆਂ। ਐਸੇ ਵੈਲਿਊ ਨੂੰ ਅਸੀਂ ਬੋਲਾਂਗੇ A ਦੀ 0, ਕਿਉਂਕਿ A ਐਰੇ ਦੇ 0 ਇੰਡੈਕਸ 'ਤੇ ਹੈ। 7 ਸਾਡਾ ਹੈ A ਦੇ 1 ਇੰਡੈਕਸ 'ਤੇ, ਅਤੇ 8 ਸਾਡਾ ਹੈ A ਦੇ 2 ਇੰਡੈਕਸ 'ਤੇ। ਇਸ ਤਰੀਕੇ ਨਾਲ ਤੁਸੀਂ ਇਹ ਐਰੇਜ਼ ਨੂੰ ਤੁਹਾਡੇ ਨੂੰ ਇਨੀਸ਼ੀਅਲਾਈਜ਼ ਕਰਵਾਉਣਾ। ਇਹ ਜਿਹੜੀ ਤੁਹਾਨੂੰ ਮੈਂ ਸ਼ੋਅ ਕਰਵਾ ਰਹੀ, ਇਹ ਕਰਵਾਇਆ ਕਿ ਮੈਮਰੀ 'ਚ ਉਹ ਚੀਜ਼ ਕਿੱਦਾਂ ਹੋਊਗੀ, ਅਸੀਂ ਇਹਨੂੰ ਰਿਪਰੈਜ਼ੈਂਟ ਕਿੱਦਾਂ ਕਰਾਂਗੇ। ਤਾਂ ਫਸਟ ਮੈਥਡ ਕਿ ਜਿੰਨਾ ਤੁਸੀਂ ਜਿਹੜੀਆਂ ਵੈਲਿਊਜ਼ ਨੇ ਦੇਣੀਆਂ ਨੇ ਉਹ ਤੁਸੀਂ ਆਪਣੇ ਕਰਲੀ ਬ੍ਰੇਸਿਸ ਦੇ ਵਿੱਚ ਕੋਮਾ ਪਾ ਕੇ ਦੇ ਸਕਦੇ ਹੋ। ਬਟ ਜਿਹੜੀਆਂ ਵੈਲਿਊਜ਼ ਨੇ ਉਹ ਸਾਈਜ਼ ਤੋਂ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ। ਮੀਨਸ ਜੇਕਰ ਤੁਸੀਂ ਇੱਥੇ ਸਾਈਜ਼ 5 ਡਿਕਲੇਅਰ ਕਰ ਰਹੇ ਹੋ, ਮਤਲਬ ਤੁਹਾਡਾ ਐਰੇ 5 ਵੈਲਿਊ ਸਟੋਰ ਕਰਵਾਊਗਾ, ਤਾਂ ਤੁਸੀਂ ਇੱਧਰ ਵੀ ਵੈਲਿਊਜ਼ 5 ਹੀ ਦੇਣੀਆਂ, 5 ਤੋਂ ਜ਼ਿਆਦਾ ਵੈਲਿਊਜ਼ ਨਹੀਂ ਦੇਣੀਆਂ। ਸੈਕਿੰਡ ਕੇਸ ਮੋਸਟ ਇੰਪੋਰਟੈਂਟ ਹੈ ਕਿ ਜੇਕਰ ਤੁਸੀਂ ਇੱਧਰ ਵੈਲਿਊਜ਼ ਦੇ ਹੀ ਰਹੇ ਹੋ, ਤਾਂ ਜਿਹੜਾ ਇੱਥੇ ਸਾਈਜ਼ ਹੈ ਉਹ ਦੇਣਾ ਜਾਂ ਨਾ ਦੇਣਾ ਆਪਸ਼ਨਲ ਹੈ। ਤੁਸੀਂ ਉਹਨੂੰ ਓਮਿਟ ਕਰ ਸਕਦੇ ਹੋ, ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ, ਮਤਲਬ ਛੱਡ ਸਕਦੇ ਹੋ। ਉਹਦੇ ਲਈ ਕੀ ਹੈਗਾ, ਅਸੀਂ ਕੀ ਕਵਾਂਗੇ ਕਿ ਜਦੋਂ ਅਸੀਂ ਐਰੇ ਨੂੰ ਇਨੀਸ਼ੀਅਲਾਈਜ਼ ਕਰ ਰਹੇ ਹਾਂ ਤਾਂ ਐਰੇ ਦਾ ਸਾਈਜ਼ ਦੇਣਾ ਜਾਂ ਨਾ ਦੇਣਾ ਆਪਸ਼ਨਲ ਹੈ।
ਤਾਂ ਤੁਸੀਂ ਨੋਟ ਕਰੋ ਫਸਟ ਐਗਜ਼ਾਮਪਲ ਦੇ ਵਿੱਚ ਅਸੀਂ ਐਰੇ ਦਾ ਸਾਈਜ਼ ਵੀ ਦਿੱਤਾ ਸੀ ਤੇ ਕਰਲੀ ਬ੍ਰੇਸਿਸ ਦੇ ਵਿੱਚ ਵੈਲਿਊਜ਼ ਵੀ ਦਿੱਤੀਆਂ ਸੀ। ਸੈਕਿੰਡ ਜਿਹੜਾ ਅਸੀਂ ਮੈਥਡ ਕੀਤਾ ਉਹਦੇ ਵਿੱਚ ਜੇਕਰ ਅਸੀਂ ਵੈਲਿਊਜ਼ ਦੇ ਰਹੇ ਹਾਂ ਤਾਂ ਤੁਸੀਂ ਇਸ ਸਾਈਜ਼ ਨੂੰ ਸਕਿਪ ਕਰ ਸਕਦੇ ਹੋ, ਖਾਲੀ ਸਕੁਅਰ ਬ੍ਰੈਕਟ ਪਾਉਣਾ ਜ਼ਰੂਰੀ ਹੈ। ਥਰਡ, ਸਪੋਜ਼ ਕਰੋ ਤੁਹਾਡੇ ਇੱਕ ਐਰੇ ਬਣਾਇਆ ਆਪਾਂ ਬੈਲੈਂਸ 4 ਇਕੁਅਲਸ ਟੂ 50.0, ਯਾਨੀ ਕਿ ਇਹਦੇ ਵਿੱਚ ਅਸੀਂ ਕੀ ਕੀਤਾ, ਜੇ ਤੁਸੀਂ ਤੁਹਾਡੇ ਇੱਕ ਐਲੀਮੈਂਟ ਨੂੰ ਐਕਸੈਸ ਕਰਨਾ ਚਾਹੁੰਦੇ ਹੋ, ਮੀਨਸ ਇਹ ਹੈ ਕਿ ਸਪੋਜ਼ ਪਹਿਲਾਂ ਅਸੀਂ ਇੱਕ ਐਰੇ ਡਿਕਲੇਅਰ ਕਰ ਲਿਆ, ਇੰਟੀਜ਼ਰ ਉਹਦੀ ਡਾਟਾ ਟਾਈਪ ਹੈ, ਇਹ ਉਹਦਾ ਨਾਮ ਹੈ, ਸਾਈਜ਼ ਉਹਦਾ 2 ਦਿੱਤਾ, ਵੈਲਿਊਜ਼ ਅਸੀਂ ਇੱਥੇ ਨਹੀਂ ਦਿੱਤੀਆਂ ਇਕੁਅਲਸ ਟੂ ਕਰਲੀ ਬ੍ਰੇਸ ਪਾ ਕੇ, ਅਸੀਂ ਬਾਅਦ ਦੇ ਵਿੱਚ ਵੈਲਿਊਜ਼ ਦੇ ਰਹੇ ਹਾਂ ਤਾਂ ਅਸੀਂ ਉਹਨੂੰ ਇੱਕ ਕਰਕੇ ਵੀ ਵੈਲਿਊ ਦੇ ਸਕਦੇ ਹਾਂ। ਕਿਵੇਂ ਦੇਵਾਂਗੇ, ਅਸੀਂ ਕਿਹਾ A ਦੀ 0 ਤੇ ਵੈਲਿਊ ਸਟੋਰ ਹੋ ਜੇ 5, A ਦੀ 1 ਵਾਲੀ ਪੋਜੀਸ਼ਨ ਤੇ ਵੈਲਿਊ ਸਟੋਰ ਹੋ ਜੇ ਸਪੋਜ਼ 8, ਤਾਂ ਤੁਸੀਂ ਐਵੇਂ ਕਰਕੇ ਇੱਕ ਕਰਕੇ ਵੀ ਵੈਲਿਊਜ਼ ਦੇ ਸਕਦੇ ਹੋ। ਉਦੋਂ ਤੁਸੀਂ ਯੂਜ਼ ਕਰੋਗੇ ਐਰੇ ਦਾ ਨਾਮ ਤੇ ਐਰੇ ਦਾ ਇੰਡੈਕਸ, ਤੁਸੀਂ ਇੱਕ ਇੰਡੈਕਸ ਤੇ ਵੀ ਵੈਲਿਊ ਸਟੋਰ ਕਰਵਾ ਸਕਦੇ ਹੋ। ਤਾਂ ਹੁਣ ਤੁਹਾਡੇ ਕੋਲ 3 ਮੈਥਡਸ ਹੋ ਗਏ, ਤੁਸੀਂ ਸਾਈਜ਼ ਦੇ ਕੇ ਨਾਲ ਹੀ ਕਰਲੀ ਬ੍ਰੇਸਿਸ ਦੇ ਵਿੱਚ ਵੈਲਿਊਜ਼ ਦੇ ਸਕਦੇ ਹੋ, ਸੈਪਰੇਟਿੰਗ ਯੂਜ਼ਿੰਗ ਕੋਮਾ। ਸੈਕਿੰਡ ਕਿ ਤੁਸੀਂ ਜੇਕਰ ਵੈਲਿਊਜ਼ ਦੇ ਰਹੇ ਹੋ ਤਾਂ ਸਾਈਜ਼ ਨੂੰ ਸਕਿਪ ਕਰ ਸਕਦੇ ਹੋ। ਥਰਡ, ਤੁਸੀਂ ਇੱਕ ਵੈਲਿਊ ਨੂੰ ਵੀ ਅਲੱਗ ਤੋਂ ਵੈਲਿਊ, ਮਤਲਬ ਇੱਕ ਐਲੀਮੈਂਟ ਨੂੰ ਤੁਸੀਂ ਵੈਲਿਊ ਅਸਾਈਨ ਕਰਵਾ ਸਕਦੇ ਹੋ। ਜਿਵੇਂ ਅਸੀਂ ਇਸ ਐਗਜ਼ਾਮਪਲ 'ਚ ਲਿਖਿਆ ਬੈਲੈਂਸ 4 ਇਕੁਅਲਸ ਟੂ 50.0 ਮੀਨਸ ਅਸੀਂ ਬੈਲੈਂਸ ਨਾਮ ਦੇ ਐਰੇ ਦੇ ਚੌਥੇ ਇੰਡੈਕਸ ਤੇ, ਚੌਥਾ ਇੰਡੈਕਸ ਮਤਲਬ ਪੰਜਵੀਂ ਵੈਲਿਊ, ਕਿਉਂਕਿ ਜਦੋਂ 4th ਇੰਡੈਕਸ ਆਊਗਾ ਉਹ ਵੈਲਿਊ ਅਸਲ ਦੇ ਵਿੱਚ 1 2 3 4 5 ਪੰਜਵੀਂ ਵੈਲਿਊ ਬਣੂ, ਕਿਉਂਕਿ ਸਾਡਾ ਇੰਡੈਕਸ 0 ਤੋਂ ਸ਼ੁਰੂ ਹੋ ਰਿਹਾ ਹੁੰਦਾ ਹੈਗਾ। ਤਾਂ ਤੁਸੀਂ ਇਸ ਤਰੀਕੇ ਨਾਲ ਇੱਕ ਨੂੰ ਵੀ ਵੈਲਿਊਜ਼ ਦੇ ਸਕਦੇ ਹੋ। ਨੈਕਸਟ, ਇਨੀਸ਼ੀਅਲਾਈਜ਼ਿੰਗ ਐਰੇ ਦਾ ਹੀ ਕੁਝ ਹੋਰ ਜਿਹੜੇ ਹੈਗੇ ਤੁਹਾਡੇ ਮੈਥਡਸ ਆਪਾਂ ਡਿਸਕਸ ਕਰ ਲਈਏ, ਜਿਹੜੇ ਕਿ ਆਲਰੇਡੀ ਆਪਾਂ ਕਰ ਚੁੱਕੇ ਹਾਂ। ਪਹਿਲਾਂ ਅਸੀਂ ਕੀਤਾ ਸੀ ਬਾਈ ਸਪੈਸੀਫਿੰਗ ਸਾਈਜ਼, ਕਿ ਤੁਸੀਂ ਸਪੈਸੀਫਾਈ ਕਰੋ ਤੁਹਾਡੇ ਸਾਈਜ਼ ਨੂੰ। ਸੈਕਿੰਡ ਅਸੀਂ ਕੀਤਾ ਸੀਗਾ ਕਿ ਡਾਇਰੈਕਟ ਤੁਸੀਂ ਇਨੀਸ਼ੀਅਲਾਈਜ਼ ਕਰਵਾ ਦਿਓ, ਮੀਨਸ ਜੇ ਵੈਲਿਊਜ਼ ਦੇ ਰਹੇ ਹੋ ਤਾਂ ਸਾਈਜ਼ ਨੂੰ ਛੱਡ ਦਿਓ, ਜਾਂ ਤੁਸੀਂ ਦੋਨੇ ਚੀਜ਼ਾਂ ਵੀ ਦੇ ਸਕਦੇ ਹੋ, ਨਾਲ ਸਾਈਜ਼ ਵੀ ਦਿੱਤਾ ਤੇ ਨਾਲ ਹੀ ਅਸੀਂ ਉਹਨੂੰ ਇਨੀਸ਼ੀਅਲਾਈਜ਼ ਵੀ ਕਰਵਾਤਾ। ਇਹ ਸਾਰੇ ਮੈਥਡ ਤੁਹਾਡੇ ਜਿਹੜੇ ਨੇ ਐਰੇ ਤੇ ਲਾਗੂ ਹੁੰਦੇ ਨੇ। ਇੱਕ ਨੋਟ ਜ਼ਰੂਰ ਧਿਆਨ 'ਚ ਰੱਖਣਾ, ਨੋ ਇੰਡੈਕਸ ਆਊਟ ਆਫ ਬਾਊਂਡ ਚੈਕਿੰਗ, ਮੀਨਸ ਐਰੇ ਦੇ ਵਿੱਚ ਕੋਈ ਵੀ ਇੰਡੈਕਸ ਆਊਟ ਆਫ ਬਾਊਂਡ ਚੈਕਿੰਗ ਨਹੀਂ ਹੁੰਦੀ। ਇੰਡੈਕਸ ਆਊਟ ਆਫ ਬਾਊਂਡ ਮਤਲਬ ਕਿ ਸਪੋਜ਼ ਤੁਹਾਡਾ ਐਰੇ 2 ਐਲੀਮੈਂਟਸ ਦਾ, ਉਹਦਾ ਸਾਈਜ਼ ਅਸੀਂ 2 ਦਿੱਤਾ, ਯਾਨੀ ਕਿ ਸਿਰਫ ਉਹ 2 ਹੀ ਐਲੀਮੈਂਟ ਸਟੋਰ ਕਰਵਾਓ, ਬਟ ਨੀਚੇ ਅਸੀਂ ਪ੍ਰਿੰਟ ਕਰਵਾਉਣ ਲੱਗੇ ਉਹਨੂੰ 3rd ਐਲੀਮੈਂਟ ਕਹਿ ਰਹੇ ਹਾਂ ਪ੍ਰਿੰਟ ਕਰਨ ਨੂੰ, ਉਹ ਗਲਤ ਹੈ। ਬਟ ਸੀ ਲੈਂਗੁਏਜ ਇਸ ਦੇ ਲਈ ਤੁਹਾਨੂੰ ਕੋਈ ਵੀ ਐਰਰ ਨਹੀਂ ਦੇਊਗੀ, ਉਹ ਕੰਪਾਈਲ ਤੁਹਾਡਾ ਪ੍ਰੋਗਰਾਮ ਬਿਲਕੁਲ ਸਹੀ ਹੋ ਜਾਊਗਾ, ਉਹ ਕੋਈ ਐਰਰ ਤੁਹਾਨੂੰ ਨਹੀਂ ਦੇਊਗੀ। ਬਟ ਸਿਰਫ ਜਿਹੜੀ ਤੁਹਾਡੀ ਆਊਟਪੁੱਟ ਹੈ ਉਹ ਕੁਛ ਅਨਐਕਸਪੈਕਟਡ ਤੁਹਾਡੀ ਆਊਟਪੁੱਟ ਆਊਗੀ। ਤਾਂ ਇਸ ਕਰਕੇ ਅਸੀਂ ਕੀ ਕਹਾਂਗੇ, ਸੀ ਜਿਹੜੀ ਹੈ ਐਰੇ ਦੇ ਕੇਸ ਦੇ ਵਿੱਚ ਇੰਡੈਕਸ ਆਊਟ ਆਫ ਬਾਊਂਡ ਚੈਕਿੰਗ ਨਹੀਂ ਕਰਵਾਉਂਦੀ। ਨੈਕਸਟ ਸਾਡੇ ਐਰੇ ਦੇ ਐਡਵਾਂਟੇਜ, ਕਿਉਂਕਿ ਤੁਸੀਂ ਐਰੇ ਕੀ ਹੁੰਦਾ ਉਹ ਦੇਖ ਲਿਆ, ਐਰੇ ਨੂੰ ਡਿਕਲੇਅਰ ਤੇ ਇਨੀਸ਼ੀਅਲਾਈਜ਼ ਕਿੱਦਾਂ ਕਰਦੇ ਨੇ ਉਹ ਦੇਖ ਚੁੱਕੇ ਹੋ। ਤਾਂ ਹੁਣ ਉਹਦਾ ਸਾਡਾ ਐਰੇ ਦੇ ਐਡਵਾਂਟੇਜ ਕੀ ਨੇ। ਐਰੇ ਦਾ ਐਡਵਾਂਟੇਜ ਸਭ ਤੋਂ ਵੱਡਾ ਕਿ ਤੁਸੀਂ ਰੈਂਡਮਲੀ ਕਿਸੇ ਵੀ ਐਲੀਮੈਂਟ ਨੂੰ ਐਕਸੈਸ ਕਰਵਾ ਸਕਦੇ ਹੋ, ਉਹਦੇ ਐਰੇ ਇੰਡੈਕਸ ਨਾਲ ਤੁਸੀਂ 5th ਵੈਲਿਊ ਚੱਕਣੀ ਹੈ, 8th ਵੈਲਿਊ ਚੱਕਣੀ ਹੈ, ਤੁਸੀਂ ਉਹਦਾ ਇੰਡੈਕਸ ਦੇਖ ਕੇ ਉਹ ਵੈਲਿਊ ਨੂੰ ਯੂਜ਼ ਕਰ ਸਕਦੇ ਹੋ। ਐਰੇ ਦੇ ਵਿੱਚ ਜਿਹੜੀ ਹੈ ਲਾਈਨਸ ਤੁਹਾਨੂੰ ਘੱਟ ਲਿਖਣੀਆਂ ਪਈਆਂ, ਕਿਉਂਕਿ ਜੇ ਸਪੋਜ਼ ਕਰੋ ਤੁਸੀਂ 10 ਐਲੀਮੈਂਟ ਲੈਣੇ ਸੀ ਤਾਂ ਕੀ ਤੁਸੀਂ 10 ਵੇਰੀਏਬਲ ਡਿਕਲੇਅਰ ਕਰਦੇ ABCDEF ਕਰਕੇ, ਜਾਂ ਉਸ ਤੋਂ ਜ਼ਿਆਦਾ ਬੈਟਰ ਹੈ ਕਿ ਤੁਸੀਂ ਇੱਕ ਐਰੇ ਕ੍ਰੀਏਟ ਕਰੋ। ਈਜ਼ੀ ਐਕਸੈਸ ਟੂ ਆਲ ਐਲੀਮੈਂਟ, ਸਾਰੇ ਐਲੀਮੈਂਟਸ ਨੂੰ ਤੁਸੀਂ ਈਜ਼ੀਲੀ ਐਕਸੈਸ ਕਰ ਸਕਦੇ ਹੋਗੇ। ਤੁਸੀਂ ਲੂਪ ਨੂੰ ਯੂਜ਼ ਕਰਕੇ, ਜਿਹੜਾ ਕਿ ਆਪਾਂ ਅੱਗੇ ਕਰਾਂਗੇ ਕਿ ਲੂਪ ਦੇ ਨਾਲ ਐਰੇ ਕਿਵੇਂ ਬਣਦੇ ਨੇ, ਤੁਸੀਂ ਲੂਪ ਨੂੰ ਯੂਜ਼ ਕਰਕੇ ਇਹਦੀਆਂ ਵੈਲਿਊਜ਼ ਨੂੰ ਈਜ਼ੀਲੀ ਟ੍ਰੈਵਰਸ ਕਰ ਸਕਦੇ ਹੋ, ਮੀਨਸ ਐਰੇ ਨੂੰ ਤੁਸੀਂ ਈਜ਼ੀਲੀ ਸਾਰੇ ਨੂੰ ਚੈੱਕ ਕਰ ਸਕਦੇ ਹੋ, ਉਹਦੀਆਂ ਵੈਲਿਊਜ਼ ਨੂੰ ਰੀਡ ਕਰ ਸਕਦੇ ਹੋ ਜਾਂ ਚੇਂਜ ਕਰ ਸਕਦੇ ਹੋ। ਸੌਰਟਿੰਗ ਬਿਕਮਸ ਈਜ਼ੀ ਐਜ਼ ਇਟ ਕੈਨ ਬੀ ਅਕੰਪਲਿਸ਼ਡ ਬਾਈ ਰਾਈਟਿੰਗ ਲੈਸ ਲਾਈਨ ਆਫ ਕੋਡ, ਤੁਸੀਂ ਤੁਹਾਡੇ ਐਰੇ ਨੂੰ ਈਜ਼ੀਲੀ ਸੌਰਟ ਕਰ ਸਕਦੇ ਹੋ। ਡਿਸਐਡਵਾਂਟੇਜ ਐਰੇ ਦੇ, allow a fixed number of element to be entered which is decided at the time of declaration, unlike in a linked list and array in C is not a dynamic। C ਦਾ ਜਿਹੜਾ ਨੰਬਰ ਹੈ ਉਹ ਉਨਾ ਹੀ ਫਿਕਸ ਹੋਊਗਾ ਜਿੰਨਾ ਤੁਸੀਂ ਜਿਹੜਾ ਉਹਦਾ ਸਾਈਜ਼ ਦਿੱਤਾ ਹੋਇਆ। ਲਿੰਕ ਲਿਸਟ ਵਾਂਗੂ ਇਹ ਨਹੀਂ ਹੈ ਕਿ ਉਹ ਡਾਇਨਾਮਿਕਲੀ ਜਿਹੜਾ ਆਪਣਾ ਸਾਈਜ਼ ਆ ਉਹਨੂੰ ਘੱਟ ਵੱਧ ਕਰ ਸਕਦਾ। Insertion and deletion of element can be costly since the elements are needed to be managed in accordance with the new memory locations।
ਐਰੇ ਦੇ ਵਿੱਚ ਇਨਸਰਸ਼ਨ ਤੇ ਡਿਲੀਸ਼ਨਸ ਕਰਨੀਆਂ ਥੋੜ੍ਹੀਆਂ ਜਿਹੀਆਂ ਕੋਸਟਲੀ ਪੈਂਦੀਆਂ, ਕਿਉਂਕਿ ਜਿਹੜੇ ਐਰੇ ਆ ਉਹ ਕੰਟੀਨਿਊ ਮੈਮਰੀ ਲੈਂਦਾ, ਤਾਂ ਇਸ ਲਈ ਜਿਹੜੇ ਤੈਨੂੰ ਹੈ ਮੈਮਰੀ ਮੈਨੇਜਮੈਂਟ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਕੰਮ ਕਰਨਾ ਪੈਂਦਾ ਗਾ। ਇਹ ਸੀ ਸਾਡੇ ਐਰੇ ਦਾ ਸਿੰਪਲ ਇੱਕ ਟੌਪਿਕ, ਅਤੇ ਇਸ ਤੋਂ ਅੱਗੇ ਅਸੀਂ ਐਰੇ ਦੇ ਕੁਛ ਪ੍ਰੋਗਰਾਮਸ ਕਰਕੇ ਦੇਖਾਂਗੇ।